ਕੱਲ ਗੱਲ ਚੱਲਦੀ ਪਈ ਸੀਗੀ ਕਿ ਟਾਰਗੇਟ ਹੈ ਨਾ ਬੜਾ ਇੰਪੋਰਟੈਂਟ ਐਸਪੈਕਟ ਹੁੰਦਾ ਆ ਲਾਈਫ ਦਾ। ਟਾਰਗੇਟ ਦੇ ਬਿਨਾ ਜ਼ਿੰਦਗੀ ਅਧੂਰੀ ਆ। ਜਿੱਦਾਂ ਬਿਨਾ ਨਕਸ਼ੇ ਦੇ ਜਹਾਜ਼ ਕਹਿ ਲਓ ਸਮੁੰਦਰ ਦੇ ਵਿੱਚ, ਜਾਂ ਫਿਰ ਕਹਿ ਲਓ ਕਿ ਬਿਨਾ ਕਿਸੇ ਥਾਂ ਟਿਕਾਣੇ 'ਤੇ ਪਹੁੰਚਣ ਤੋਂ ਬਿਨਾ ਕੋਈ ਡਿਸੀਜਨ ਹੀ ਹੈ ਨਹੀਂ ਮਾਇੰਡ ਦੇ ਵਿੱਚ ਉਹਨਾਂ ਦੀ, ਉਹ ਜਹਾਜ਼ ਕਿੱਥੇ ਜਾਊਗਾ ਨਾ। ਅਤੇ ਇੱਦਾਂ ਦਾ ਹੁੰਦਾ ਪਰਸਨ ਜਦ ਉਹਦੇ ਕੋਲ ਟਾਰਗੇਟ ਨਹੀਂ ਹੁੰਦਾ। ਕੋਈ ਸ਼ੱਕ ਨਹੀਂ ਇਹਦੇ ਵਿੱਚ, ਇਸ ਗੱਲ ਦੇ ਵਿੱਚ। ਜੋ ਪਰਸਨ ਬਲੀਵ ਕਰਦਾ ਹੈ ਕਿ ਯਾਰ ਬਿਨਾਂ ਟਾਰਗੇਟ ਦੇ ਵੀ ਜ਼ਿੰਦਗੀ ਚੱਲ ਸਕਦੀ ਹੈ, ਹਾਂ ਚੱਲ ਸਕਦੀ, ਬਿਲਕੁਲ ਚੱਲ ਸਕਦੀ ਹੈ। ਕਿਤੇ ਪਹੁੰਚ ਜਾਓਗੇ ਤਾਂ ਫਿਰ ਉਹ ਤੁਹਾਡੀ ਕਿਸਮਤ ਹੈ, ਜੇ ਕਿਤੇ ਨਹੀਂ ਪਹੁੰਚੋਗੇ ਤਾਂ ਵੀ ਤੁਹਾਡੀ ਕਿਸਮਤ ਆ। ਅਤੇ ਆਈ ਬਲੀਵ ਕਿ ਪਰ ਜੇ ਤੁਹਾਡੇ ਕੋਲ ਟਾਰਗੇਟ ਆ ਫਿਰ ਉਹ ਤੁਸੀਂ ਆਪਣੀ ਖੁਦ ਕਿਸਮਤ ਬਣਾਈ ਆ। ਜੇ ਤੁਹਾਡੇ ਕੋਲ ਟਾਰਗੇਟ ਆ ਫਿਰ ਤੁਸੀਂ ਆਪਣੀ ਕਿਸਮਤ ਖੁਦ ਬਣਾਈ ਆ। ਜੇ ਨਹੀਂ ਤਾਂ ਕਿਸਮਤ ਨੇ ਤੁਹਾਨੂੰ ਬਣਾਇਆ। ਫਿਰ ਇਹ ਜਿਹੜੀ ਆ ਮੇਨ ਚੀਜ਼ ਵਿੱਚੋਂ ਨਿਕਲ ਕੇ ਆਉਂਦੀ ਆ, ਜੇ ਅਗਰ ਆਪਾਂ ਥੋੜ੍ਹਾ ਇਹਨੂੰ ਹੋਰ ਡੂੰਘਾਈ ਵਿੱਚ ਸੋਚੀਏ। ਅਤੇ ਗੱਲ ਕੀਤੀ ਸੀਗੀ ਆਪਾਂ ਕਿ ਟਾਰਗੇਟ ਜਿਹੜਾ ਨਾ, ਕੋਈ ਵੱਡਾ ਹੁੰਦਾ ਟਾਰਗੇਟ, ਕੋਈ ਛੋਟਾ ਹੁੰਦਾ ਟਾਰਗੇਟ ਨਾ, ਹਰ ਇੱਕ ਦੀ ਅਹਿਮੀਅਤ ਹੁੰਦੀ ਆ। ਅਤੇ ਹਰ ਕੋਈ ਜਿਹੜਾ ਟਾਰਗੇਟ ਹੈ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹਨੂੰ ਮੋਲਡ ਕਰਦਾ। ਜੇ ਇਹ ਕਨਸੈਪਟ ਤੁਹਾਨੂੰ ਲੱਗਦਾ ਕਿ ਹੋਰ ਡੂੰਘਾਈ ਵਿੱਚ ਜਿੱਦਾਂ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਇਸ ਤੋਂ ਜਿਹੜੀ ਪਿਛਲੀ ਹੋਊਗੀ ਨਾ ਵੀਡੀਓ ਲਿਸਨ ਐਂਡ ਲਰਨ ਸੈਸ਼ਨ ਦੇ ਵਿੱਚ ਨਾ, ਲਿਸਨ ਐਂਡ ਲਰਨ ਜਿਹੜੀ ਆ ਵੀਡੀਓ ਆਪਣਾ ਇੱਕ ਹੋਰ ਪਲੇ ਲਿਸਟ ਆ, ਉਹਦੇ ਵਿੱਚੋਂ ਤੁਸੀਂ ਸਰਚ ਕਰ ਸਕਦੇ ਆ ਅਤੇ ਉਹਦੇ ਵਿੱਚ ਇਹ ਵੀਡੀਓ ਦੇਖ ਸਕਦੇ ਆ। ਕਿਉਂਕਿ ਜੇ ਤੁਸੀਂ ਪਹਿਲਾਂ ਵੀਡੀਓ ਦੇਖ ਲਓਗੇ ਤਾਂ ਆਈ ਹੋਪ ਕਿ ਤੁਹਾਡੇ ਵਾਸਤੇ ਵਧੀਆ, ਹੋਪ ਨਹੀਂ, ਮੈਂ ਇਹ ਜਾਣੀ ਕਿ ਬਲੀਵ ਕਰਦਾ ਕਿ ਤੁਹਾਨੂੰ ਫਾਇਦਾ ਤਦ ਹੀ ਹੋਊਗਾ ਜੇ ਤੁਸੀਂ ਪਹਿਲੀ ਵੀਡੀਓ ਵੀ ਦੇਖੀ ਹੋਊਗੀ। ਓਕੇ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇੱਕ ਟਾਰਗੇਟ ਨੂੰ ਮਿੱਥਣ ਵਾਸਤੇ ਤੁਹਾਨੂੰ ਕਈ ਛੋਟੇ ਛੋਟੇ ਟਾਰਗੇਟ ਜਿਹੜੇ ਆ ਨਾ ਉਹ ਮਿੱਥਣੇ ਪੈਂਦੇ, ਉਹ ਸੈੱਟ ਕਰਨੇ ਪੈਂਦੇ। ਜਿਹੜਾ ਕਿ ਆਪਾਂ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਲਾਸਟ ਵਿੱਚ ਇਹ ਆਪਾਂ ਗੱਲ ਡਿਸਕਸ ਕੀਤੀ ਸੀ ਕਿ ਇੱਕ ਵੱਡਾ ਟਾਰਗੇਟ ਅਚੀਵ ਕਰਨ ਵਾਸਤੇ ਤੁਹਾਨੂੰ ਕਈ ਛੋਟੇ ਟਾਰਗੇਟ ਜਿਹੜੇ ਨਾ ਮਿੱਥਣੇ ਪੈਂਦੇ ਆ। ਇੱਕ ਐਗਜ਼ਾਮਪਲ ਦਿੱਤੀ ਸੀ ਕਿ ਕੋਈ ਪਰਸਨ ਹੈ ਕਿਸੇ ਤਰ੍ਹਾਂ ਦਾ ਟਾਰਗੇਟ ਰੱਖਦਾ, ਅਤੇ ਕੋਈ ਪਰਸਨ ਹੈ ਮੰਨ ਲਓ ਉਹ ਇਹ ਟਾਰਗੇਟ ਰੱਖਦਾ ਕਿ ਜਦ ਤੱਕ ਮੈਂ 45 ਸਾਲਾਂ ਦਾ ਹੋਣਾ ਤਾਂ ਮੈਂ ਆਪਣੇ ਕੋਲ 2 ਕਰੋੜ ਰੁਪਈਆ ਜਮ੍ਹਾਂ ਕਰਨਾ ਨਾ। ਸੋ ਇਹ ਵੀ ਟਾਰਗੇਟ ਆ, ਵਧੀਆ ਟਾਰਗੇਟ ਆ, ਗੁੱਡ ਆ। ਸੋ ਇਹ 2 ਕਰੋੜ ਰੁਪਈਆ ਜਮ੍ਹਾਂ ਕਿੱਦਾਂ ਹੋਊਗਾ ਨਾ, ਗੱਲ ਤਾਂ ਇੱਥੇ ਆਉਂਦੀ ਨਾ ਕਿ ਉਹ ਜਿਹੜਾ ਟਾਰਗੇਟ ਹੈ ਨਾ ਉਹ ਕਿੱਦਾਂ ਅਚੀਵ ਹੋਊਗਾ। ਕੋਈ ਪਰਸਨ ਹੈ ਜਿਹੜਾ ਜਿਹਦੀ ਮੰਨ ਲਓ ਸੈਲਰੀ 25,000 ਹੈ ਨਾ, 25,000 ਜਿਹੜੀ ਸੈਲਰੀ ਆ, ਅਤੇ ਉਹ 2 ਕਰੋੜ ਰੁਪਈਆ ਇਕੱਠਾ ਕਰ ਸਕਦਾ? ਨਹੀਂ, ਬਹੁਤ ਮੁਸ਼ਕਿਲ ਉਹਦੇ ਵਾਸਤੇ। ਫੋਰ ਐਗਜ਼ਾਮਪਲ ਉਹਦੀ ਹੁਣੀ ਜਿਹੜੀ ਆ ਉਮਰ ਉਹ 28, 29 ਜਾਂ 30 ਸਾਲ ਹੋ ਚੁੱਕੀ ਆ ਅਤੇ ਉਹਨੇ 2 ਕਰੋੜ ਰੁਪਈਆ ਜਮ੍ਹਾਂ ਕਰਨਾ, ਹੋ ਨਹੀਂ ਸਕਦਾ ਨਾ। ਅੱਜ ਕੱਲ੍ਹ ਜੇ ਆਪਾਂ ਹਿਸਾਬ ਲਾਈਏ ਤਾਂ ਆਉਣ ਜਾਣ ਦਾ ਜਿਹੜਾ ਖਰਚਾ ਜਾਂ ਕਿਤੇ ਮੰਨ ਲਓ ਤੁਸੀਂ 10 ਕਿਲੋਮੀਟਰ ਆਉਣ ਜਾਣ ਕਰਦੇ ਆ ਨਾ ਮੋਟਰਸਾਈਕਲ 'ਤੇ, ਮੋਟਰਸਾਈਕਲ ਦੀ ਗੱਲ ਕਰ ਲੈਂਦੇ ਆਪਾਂ, ਤਾਂ ਤੁਹਾਡਾ ਕਾਫੀ ਖਰਚਾ ਆ ਜਾਂਦਾ ਇੱਕ ਮਹੀਨੇ ਦਾ ਹੀ। ਐਂਡ 24,000 ਦੇ ਵਿੱਚ ਕੀ ਖਾਊਗਾ, ਕੀ ਪਾਊਗਾ, ਬਿੱਲ ਆ, ਫਿਰ ਸਬਜ਼ੀ ਦਾਲਾਂ ਹੈ ਨਾ, ਖਾਣ ਪੀਣ ਦੀਆਂ ਚੀਜ਼ਾਂ, ਤਾਂ ਹੋਰ ਕਈ ਸਾਰੇ ਖਰਚੇ ਆ, ਐਕਸਪੈਂਸਿਸ ਆ, ਜਿਹੜੇ ਕਿ ਆਈ ਥਿੰਕ ਇਹ ਤੁਹਾਡਾ ਗੋਲ ਜਿਹੜਾ ਇੰਪੋਸੀਬਲ ਕਰ ਦੇਣਗੇ। ਅਤੇ 24,000 ਜਾਂ 25,000 ਦੀ ਤਨਖਾਹ ਆ, ਆਈ ਥਿੰਕ ਉਹ ਕੁਛ ਵੀ ਨਹੀਂ ਹੈਗੀ ਅੱਜ ਦੇ ਜ਼ਮਾਨੇ ਦੇ ਵਿੱਚ। ਅਤੇ ਪਰ ਕੋਈ ਪਰਸਨ ਆ ਉਹ ਇਹ ਪਲਾਨ ਕਰਦਾ ਪਿਆ ਕਿ ਮੈਂ ਨਾ ਉਹਨੇ ਠਾਣ ਲਿਆ, ਮੰਨ ਲਓ ਉਹਨੇ ਟਾਰਗੇਟ ਮਿੱਥ ਲਿਆ। ਕੀ ਕਰੀਏ, ਉਹਨੇ ਮੰਨ ਲਾ ਤਾਂ ਮੇਰੀ ਵੀਡੀਓ ਦੇਖ ਲਈ ਅਤੇ ਉਹਨੇ ਟਾਰਗੇਟ ਮਿੱਥ ਲਿਆ ਕਿ ਮੈਂ ਜਿਹੜੀ ਵੀਡੀਓ ਆ ਨਾ ਇਹ ਦੇਖੀ ਸੀਗੀ, ਅਤੇ ਮੈਂ ਇੱਕ ਟਾਰਗੇਟ ਮਿੱਥਣਾ ਚਾਹੁੰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ 2 ਕਰੋੜ ਰੁਪਈਆ ਇਕੱਠਾ ਕਰਨਾ ਜਦ ਮੈਂ 45 ਸਾਲਾਂ ਦਾ ਹੋਊਗਾ। ਉਹਦੇ ਵਿੱਚੋਂ ਮੈਂ ਆਪਣੇ ਬੱਚਿਆਂ ਨੂੰ, ਮੰਨ ਲਓ 2 ਬੱਚੇ ਜਾਂ 3 ਬੱਚੇ ਜਾਂ ਜਿੰਨੇ ਨਾ, ਤਾਂ ਆਪਣੇ ਬੱਚਿਆਂ ਨੂੰ ਨਾ ਮੈਂ 10-10 ਲੱਖ ਰੁਪਈਆ ਉਹਨਾਂ ਦੇ ਅਕਾਊਂਟ 'ਚ ਪਾਉਣਾ ਆ ਜਦ ਉਹ 20-20 ਸਾਲਾਂ ਦੇ ਹੋ ਜਾਣਗੇ। ਮੰਨ ਲਓ ਉਹਨੇ ਆਪਣੀ ਰਿਟਾਇਰਮੈਂਟ ਦਾ ਪਲੈਨਿੰਗ ਕੀਤੀ ਹੈ ਨਾ, ਤਾਂ ਇੱਦਾਂ ਪਲੈਨਿੰਗ ਕਰਕੇ ਚੱਲਦਾ ਪਿਆ ਉਹ, ਅਤੇ ਉਹ ਸੋਚਦਾ ਪਿਆ ਆ ਕਿ ਮੈਂ 2 ਕਰੋੜ ਰੁਪਈਆ ਇਕੱਠਾ ਕਰਨਾ ਹੈ ਨਾ। ਚਲੋ ਕਈਆਂ ਤੋਂ ਹੋਊਗਾ ਵੀ 2 ਕਰੋੜ ਰੁਪਈਆ, ਠੀਕ ਹੈ, ਉਹਨਾਂ ਨੂੰ ਕੋਈ ਵੱਡੀ ਚੀਜ਼ ਨਹੀਂ ਲੱਗਦੀ ਹੋਊਗੀ। ਪਰ ਜਿਨ੍ਹਾਂ ਦੇ ਕੋਲ ਬੈਂਕ ਬੈਲੈਂਸ ਹੀ ਮੰਨ ਲਓ 5 ਲੱਖ ਹੈ ਜਾਂ 4 ਲੱਖ ਹੈ, ਉਹਨਾਂ ਵਾਸਤੇ 2 ਕਰੋੜ ਰੁਪਈਆ ਬਹੁਤ ਜ਼ਿਆਦਾ ਹੈ ਨਾ, ਉਹਨਾਂ ਨੂੰ ਬਹੁਤ ਜ਼ਿਆਦਾ ਲੱਗੂਗਾ। ਅਤੇ ਇੱਦਾਂ ਬਹੁਤ ਵਾਰੀ ਹੁੰਦਾ ਕਿ ਕੋਈ ਚੀਜ਼ ਤੁਹਾਨੂੰ ਬਹੁਤ ਵੱਡੀ ਅਹਿਮੀਅਤ ਵਾਲੀ ਲੱਗਦੀ ਹੈ, ਪਰ ਜਦੋਂ ਤੁਸੀਂ ਉਸ ਚੀਜ਼ ਨੂੰ ਐਕਵਾਇਰ ਕਰ ਲੈਂਦੇ ਤੁਹਾਨੂੰ ਚੀਜ਼ਾਂ ਉਹ ਨੋਰਮਲ ਲੱਗਦੀਆਂ। ਅਤੇ ਉਹਦਾ ਹੁਣ ਟਾਰਗੇਟ ਕਿੱਦਾਂ ਬਣੇਗਾ ਨਾ। ਸੋ ਫਸਟ ਉਹਦਾ ਜਿਹੜਾ ਟਾਰਗੇਟ ਬਣਦਾ ਪਰਸਨ ਦਾ ਨਾ, ਉਹ ਟਾਰਗੇਟ ਤਾਂ ਮੈਂ ਤਾਂ ਪਹਿਲਾਂ ਇਹ ਕਹੂੰਗਾ ਜਿਹੜਾ ਵੱਡਾ ਟਾਰਗੇਟ ਹੈ ਨਾ ਪਹਿਲਾਂ ਕਾਪੀ ਉੱਤੇ ਲਿਖੇ ਕਿ ਯਾਰ ਮੈਂ 45 ਸਾਲ ਦੀ ਏਜ ਵਿੱਚ 2 ਕਰੋੜ ਰੁਪਈਆ ਜਮ੍ਹਾਂ ਕਰਨਾ ਹੈ ਨਾ। ਸੋ 45 ਸਾਲ ਦੀ ਮੰਨ ਲਓ ਉਹਦੇ ਕੋਲ 15 ਸਾਲ ਦਾ ਟਾਈਮ ਆ ਕਿ 15 ਸਾਲਾਂ ਦੇ ਵਿੱਚ ਨਾ ਮੈਂ
2 ਕਰੋੜ ਰੁਪਈਆ ਆਪਣਾ ਜਮ੍ਹਾਂ ਕਰਨਾ ਹੈ ਆਪਣੇ ਕੋਲ, ਮੈਂ ਅਕਵਾਇਰ ਕਰਨਾ ਹੈ। ਮੈਂ ਕਿਸੇ ਉੱਤੇ ਡਿਪੈਂਡੈਂਟ ਨਹੀਂ ਹੋਣਾ, ਮੈਂ ਸਰਕਾਰ ਦੀ ਪੈਨਸ਼ਨ 'ਤੇ ਨਹੀਂ ਲਾਈਨਾਂ 'ਚ ਖੜ੍ਹੇ ਹੋਣਾ। ਮੈਂ ਖੁਦ ਆਪਣੇ ਲਈ ਇੰਨਾ ਆਪਣੀ ਮਿਹਨਤ ਦੀ ਕਮਾਈ ਨਾਲ ਜਾਂ ਆਪਣੀ ਮਿਹਨਤ ਦੇ ਨਾਲ ਮੈਂ ਇੰਨਾ ਪੈਸਾ ਜਿਹੜਾ ਨਾ ਉਹ ਕਮਾਉਣਾ ਹੈ। ਅਤੇ 90% ਜਾਂ ਕਹਿ ਲਓ 95% ਲੋਕਾਂ ਨੂੰ ਲੱਗੂਗਾ ਕਿ ਇਹ ਜਿਹੜਾ ਨਾ ਟਾਰਗੇਟ ਪਲਾਨ ਹੈ ਨਾ ਇਹ ਫਜ਼ੂਲ ਆ, ਕੁਛ ਨਹੀਂ ਹੋ ਸਕਦਾ, ਕੁਛ ਨਹੀਂ ਬਣਨਾ, ਇਹ ਸਿਰਫ ਗੱਲਾਂ ਹੈ ਨਾ। ਚਲੋ ਠੀਕ ਆ ਜੀ, ਉਹਨਾਂ ਦੀ ਥਿੰਕਿੰਗ ਆ ਨਾ। 99% ਲਾ ਲਓ ਅਤੇ 1% ਜਿਹੜਾ ਨਾ ਉਹ ਮੰਨ ਸਕਦਾ ਕਿ ਹੋ ਸਕਦਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਦੁਨੀਆ ਦੇ ਉੱਤੇ 99% ਲੋਕ ਜਿਹੜੇ ਆ ਨਾ ਉਹ ਪੈਸੇ ਦੇ ਪਿੱਛੇ ਭੱਜ ਰਹੇ ਆ, ਅਤੇ 1% ਜਿਹੜੇ ਲੋਕ ਆ ਨਾ ਉਨੀ ਜਿਹੜੀ 99% ਹੈ ਨਾ, ਜਿੰਨਾ ਦੁਨੀਆ ਉੱਤੇ ਪੈਸਾ ਨਾ ਸਾਰਾ ਉਹਨਾਂ ਦੇ ਕੋਲ ਹੀ ਆ। ਅਤੇ ਜਿਹੜੇ 1% ਲੋਕ ਹੈ ਨਾ ਉਹ ਬਿਲੀਅਨੇਅਰ ਕਹਾਉਂਦੇ ਆ। ਮੀਨਸ ਕਿ ਉਹਨਾਂ ਤੋਂ ਇੰਨਾ ਪੈਸਾ ਆ, ਜਿੰਨੇ ਧਰਤੀ 'ਤੇ ਬੰਦੇ ਆ ਨਾ ਉਹਨਾਂ ਤੋਂ ਵੀ ਜ਼ਿਆਦਾ ਪੈਸਾ ਆ ਉਹਨਾਂ ਤੋਂ, ਬੰਦਿਆਂ ਦੀ ਗਿਣਤੀ ਤੋਂ ਵੀ ਜ਼ਿਆਦਾ ਪੈਸੇ ਆ ਉਹਨਾਂ ਤੋਂ। ਤੁਸੀਂ ਇਲੋਨ ਮਸਕ ਦੀ ਗੱਲ ਕਰ ਲਓ, ਉਹਦੇ ਕੋਲ ਕਿੰਨਾ ਪੈਸਾ ਹੈ? ਤਕਰੀਬਨ ਮੈਨੂੰ ਲੱਗਦਾ ਉਹ ਤੋਂ 200 ਨਹੀਂ, ਉਹ ਮੈਂ ਜੇ ਹਿਸਾਬ ਲਾਵਾਂ, ਹਾਂ 200 ਬਿਲੀਅਨ ਹੈ ਉਹਦੇ ਕੋਲ। 200 ਬਿਲੀਅਨ ਤੋਂ ਵੱਧ ਹੀ ਹੋਣੇ ਪੈਸੇ ਉਹਦੇ ਕੋਲ, 200 ਬਿਲੀਅਨ ਤੋਂ ਵੱਧ ਪੈਸੇ ਹੋਣੇ ਉਹਦੇ ਕੋਲ। ਅਤੇ ਇੰਡੀਆ ਦੀ ਜਿਹੜੀ ਜਨਸੰਖਿਆ ਪਤਾ ਕਿੰਨੀ ਹੈ ਜੀ? ਇੰਡੀਆ ਦੀ ਜਨਸੰਖਿਆ ਮੈਨੂੰ ਲੱਗਦਾ 1.3 ਬਿਲੀਅਨ ਆ। ਕਿੰਨੀ? 1.3 ਬਿਲੀਅਨ। ਅਤੇ ਉਹ ਤੋਂ ਪੈਸੇ ਕਿੰਨੇ ਆ? 200 ਬਿਲੀਅਨ। ਭਾਰਤ ਜਿੰਨੇ ਬੰਦੇ ਆ ਨਾ ਉਸ ਤੋਂ 200 ਗੁਣਾ ਉਹ ਤੋਂ ਪੈਸੇ ਆ। ਭਾਰਤ ਦੀ ਜਨਸੰਖਿਆ 135 ਕਰੋੜ ਆ ਨਾ, ਤਾਂ ਹਿਸਾਬ ਲਾ ਲਓ ਉਹਦਾ ਫਿਰ ਕਿੰਨੇ ਬਣਨੇ ਉਹਦੇ 135 ਕਰੋੜ। ਠੀਕ ਹੈ ਜੀ, ਤੁਸੀਂ ਹਿਸਾਬ ਵੀ ਨਹੀਂ ਲਾ ਸਕਦੇ ਕਰੋੜਾਂ ਦੇ ਵਿੱਚ ਕਿ ਕਿੰਨੇ ਪੈਸੇ ਆ ਈਲੋਨ ਮਸਕ ਦੇ ਕੋਲ। ਅਤੇ ਕੀ ਉਹਨੇ ਕਿਸਮਤ ਛੱਡਿਆ ਹੋਊਗਾ ਕਿ ਚਲੋ ਕੋਈ ਨਹੀਂ, ਜੋ ਕਿਸਮਤ ਸੀਗਾ ਉਹ ਮਿਲ ਜੂਗਾ ਨਾ? ਕੀ ਉਹਨੇ ਇੱਦਾਂ ਛੱਡਿਆ ਹੋਊਗਾ? ਨਹੀਂ, ਬਿਲਕੁਲ ਵੀ ਨਹੀਂ, 1% ਵੀ ਨਹੀਂ। ਉਹ ਅਗਲਾ ਪਲੈਨਿੰਗ ਨਾਲ ਚੱਲਦਾ ਪਿਆ, ਜੋ ਉਹਦੇ ਮਾਇੰਡ 'ਚ ਆਉਂਦਾ ਨਾ ਉਹ ਕਰਦਾ ਪਿਆ ਆ। ਉਹਦੇ ਮਾਇੰਡ 'ਚ ਪਲਾਨ ਸੀਗਾ ਕਿ ਯਾਰ ਮੈਂ ਇੱਦਾਂ ਦੇ ਜਹਾਜ਼ ਬਣਾਉਣੇ ਆ ਕਿ ਜਿਹੜੇ ਹੈ ਨਾ ਵੇਸਟ ਨਾ ਹੋਣ। ਜਿੱਦਾਂ ਟਰਡੀਸ਼ਨਲ ਜਿਹੜੇ ਪਲੇਨ ਬਣਦੇ ਸੀ ਨਾ, ਜਾਂ ਜਿਹੜੇ ਰੋਕਟ ਬਣਦੇ ਸੀ ਨਾ, ਉਹ ਸਪੇਸ ਵਿੱਚ ਜਾਂਦੇ ਸੀਗੇ ਅਤੇ ਸਪੇਸ ਜਾ ਕੇ ਗਵਾਚ ਜਾਂਦੇ ਸੀਗੇ। ਅਤੇ ਜੇ ਥੱਲੇ ਲੈਂਡ ਵੀ ਕਰਦੇ ਸੀ ਨਾ, ਕਰੈਸ਼ ਹੀ ਹੁੰਦੇ ਸੀਗੇ ਜਾਂ ਪੈਰਾਸ਼ੂਟ ਨਾਲ ਲਾਹ ਜਾਂਦੇ ਸੀਗੇ, ਜਿਹਦੇ ਨਾਲ ਕਿ ਉਹ 80% ਤੱਕ ਡੈਮੇਜ ਹੋ ਜਾਂਦੇ ਸੀਗੇ। ਪਰ ਈਲੋਨ ਮਸਕ ਦੇ ਦਿਮਾਗ 'ਚ ਆਇਆ ਕਿ ਮੈਂ ਇੱਦਾਂ ਦਾ ਰੋਕਟ ਬਣਾਉਣਾ ਆ ਜਿਹੜਾ ਤਾਂ ਚੜ੍ਹੂਗਾ, ਆਪਣਾ ਕੰਮ ਕਰਕੇ ਥੱਲੇ ਆ ਜਾਊਗਾ, ਅਤੇ ਜਿੱਦਾਂ ਤਾਂ ਚੜ੍ਹਿਆ ਸੀ ਉੱਦਾਂ ਹੀ ਠਾਂ ਆ ਜਾਊਗਾ। ਅਤੇ ਪਤਾ ਨਹੀਂ ਕਿੰਨੇ ਉਹਨੇ ਰੋਕਟ ਪਹਿਲਾਂ ਇੱਦਾਂ ਨਾ ਵੇਸਟ ਕੀਤੇ। ਜਦ ਉਹਦੇ 3-4 ਰੋਕਟ ਜਿਹੜੇ ਨਾ ਵੇਸਟ ਹੋ ਗਏ, ਤਾਂ ਉਹਨੂੰ ਕਈ ਜਿਹੜੇ ਸਪੇਸ ਦੇ ਮਾਹਰ ਆ, ਜਿਨ੍ਹਾਂ ਨੂੰ ਉਹ ਆਪਣਾ ਆਦਰਸ਼ ਮੰਨਦਾ ਹੁੰਦਾ ਸੀ ਨਾ, ਉਹ ਆਦਰਸ਼ਾਂ ਨੇ ਵੀ ਉਹਨੂੰ ਕਹਿ ਦਿੱਤਾ ਕਿ ਇਹ ਸਟੂਪਿਡ ਪਰਸਨ ਆ, ਇਹਨੂੰ ਕਰਨ ਦਿਓ। ਜਾਂ ਫਿਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਪੈਸਾ ਇੰਨਾ ਖਰਚਦਾ ਪਿਆ ਇਹਨੂੰ ਰੋਕਿਆ ਜਾਵੇ, ਇਹ ਸਟੂਪਿਡ ਆ ਪਰਸਨ। ਇੱਕ ਵੀਡੀਓ ਆ ਇੰਟਰਨੈਟ 'ਤੇ, ਮੈਂ ਉਹਦਾ ਲਿੰਕ ਪਾ ਦੂੰਗਾ, ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ ਈਲੋਨ ਮਸਕ ਜਿਹੜਾ ਰੋਂਦਾ ਪਿਆ, ਕਹਿੰਦਾ ਜਿਹਨਾਂ ਨੂੰ ਮੈਂ ਆਪਣਾ ਆਦਰਸ਼ ਮੰਨਦਾ ਹੁੰਦਾ ਸੀ ਉਹ ਮੇਰੇ ਐਂਟੀ ਹੋ ਗਏ ਯਾਰ। ਪਰ ਇਹ ਸਭ ਕੁਝ ਦੇਖ ਕੇ ਉਹ ਸਕਸੈਸਫੁਲ ਆ। ਹੁਣ ਜਿੰਨੇ ਵੀ ਅੱਜ ਤੱਕ ਉਹਨੇ ਚੜ੍ਹਾਏ ਆ, ਜਿੰਨਾ ਵੀ ਫੇਲੀਅਰ ਜਿੰਨੇ ਹੋਏ ਨਾ, ਪਿੱਛੇ ਨਹੀਂ ਹਟਿਆ। ਉਹ ਕਹਿੰਦਾ ਕੋਈ ਨਹੀਂ, ਫੇਲੀਅਰ ਹੋਣਗੇ ਤਾਂ ਮੈਂ ਸਕਸੀਡ ਹੋਊਂਗਾ, ਹੈ ਨਾ। ਅਤੇ ਉਹ ਸਕਸੀਡ ਹੋਇਆ। ਹੁਣ ਉਹਦੇ ਕੋਲ ਰੋਕਟ ਇੱਦਾਂ ਦੇ ਆ ਜਿਹੜੇ ਕਿ ਸਪੇਸ ਵਿੱਚ ਜਾਂਦੇ ਆ, ਆਪਣਾ ਕੰਮ ਕਰਦੇ ਅਤੇ ਥੱਲੇ ਆ ਜਾਂਦੇ ਆ, ਅਤੇ ਜਿੱਦਾਂ ਚੜ੍ਹੇ ਸੀ ਉੱਦਾਂ ਹੀ ਥੱਲੇ ਉਤਰੇ ਆਉਂਦੇ ਆ। ਅਤੇ ਅਗਲਾ ਦੇਖ ਲਓ, ਦੁਨੀਆ ਦਾ ਬਾਦਸ਼ਾਹ ਤੁਸੀਂ ਕਹਿ ਸਕਦੇ ਆ। ਜੇ ਕਿਸੇ ਬੰਦੇ ਕੋਲ ਪੈਸਾ ਨਾ ਸਭ ਤੋਂ ਵੱਧ, ਤਾਂ ਉਹ ਈਲੋਨ ਮਸਕ ਆ। ਉਸ ਤੋਂ ਵੱਧ ਹਾਲੇ ਕਿਸੇ ਹੋਰ ਤੋਂ ਪੈਸੇ ਹੈ ਨਹੀਂ ਇੰਨੇ ਜਿੰਨੇ ਉਹਦੇ ਕੋਲ। ਸੋ ਕਿਸੇ ਪਰਸਨ ਨੇ 2 ਕਰੋੜ ਰੁਪਈਆ ਜਿਹੜਾ ਨਾ ਜਮ੍ਹਾਂ ਕਰਨਾ ਆ 15 ਸਾਲਾਂ ਦੇ ਵਿੱਚ, ਕਿੱਦਾਂ ਕਰੂਗਾ ਉਹ ਪਰਸਨ ਉਹਨੂੰ ਜਮ੍ਹਾਂ? ਦੇਖੋ, ਜੇ ਤਾਂ ਉਹ ਟਾਰਗੇਟ ਮਿੱਥੂਗਾ ਤਾਂ ਸਭ ਤੋਂ ਪਹਿਲਾਂ ਕੀ ਕਰੂਗਾ, ਜਿਸ ਜੋਬ 'ਤੇ ਉਹ ਕੰਮ ਕਰਦਾ ਪਿਆ ਨਾ, ਉਹ ਇਹ ਮਿੱਥੂਗਾ ਕਿ ਮੈਂ ਇਸ ਜੋਬ ਨੂੰ ਪਹਿਲਾਂ ਹੈ ਨਾ ਪੂਰੇ ਆਪਣੀ ਸ਼ਿੱਦਤ ਨਾਲ ਕਰਨਾ। ਪਹਿਲਾਂ ਤਾਂ ਉਹਦਾ ਇਹ ਪਲਾਨ ਬਣੂਗਾ, ਕਿਉਂਕਿ ਜੇ ਆਪਣੀ ਉਹ ਜੋਬ ਨੂੰ ਹੇਟ ਕਰੂਗਾ ਨਾ ਤਾਂ ਉਹਦੀ ਪਰਸਨੈਲਿਟੀ ਦੇ ਵਿੱਚ ਹੇਟ ਆ ਜਾਣੀ ਹੈ। ਉਹਦੀ ਪਰਸਨੈਲਿਟੀ ਦੇ ਵਿੱਚ ਲਵ ਚਾਹੀਦਾ, ਉਹਦੀ ਪਰਸਨੈਲਿਟੀ ਦੇ ਵਿੱਚ ਨਾ ਅਟਰੈਕਸ਼ਨ ਚਾਹੀਦੀ ਆ। ਅਤੇ ਜੇ ਉਹ ਆਪਣੀ ਜੋਬ ਦੇ ਰਿਲੇਟਡ ਜਾਂ ਆਪਣੀ ਜੋਬ ਦੇ ਪ੍ਰਤੀ ਹੀ ਜੇ ਉਹ ਨਹੀਂ ਹੋਊਗਾ ਨਾ ਅਟਰੈਕਟਿਡ,
ਤਾਂ ਉਹਦੀ ਪਰਸਨੈਲਿਟੀ ਵਿੱਚ ਅਟਰੈਕਸ਼ਨ ਨਹੀਂ ਆਉਣੀ। ਉਹਨੂੰ ਪਹਿਲਾਂ ਆਪਣੇ ਆਪ ਅੰਦਰ ਨਾ ਅਟਰੈਕਸ਼ਨ ਜਿਹੜੀ ਨਾ ਕ੍ਰੀਏਟ ਕਰਨੀ ਪੈਣੀ ਆ। ਦੂਜੀ ਚੀਜ਼, ਜੇ ਉਹਨੇ ਮੰਨ ਲਓ 30,000 ਵਾਲੀ ਨੌਕਰੀ 'ਤੇ ਜਾਣਾ ਹੈ ਨਾ, ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ, 25 ਨਾਲੋਂ 30 ਦਾ ਬੈਟਰ ਹੀ ਹੈ ਨਾ, ਅਤੇ ਉਹਨੂੰ ਆਪਣੇ ਸਕਿੱਲ ਇਨਹਾਂਸ ਕਰਨੇ ਪੈਣਗੇ। ਮੰਨ ਲਓ ਉਹਨੂੰ ਕੰਪਿਊਟਰ ਨਹੀਂ ਆਉਂਦਾ ਚਲਾਉਣਾ, ਕੰਪਿਊਟਰ ਚਲਾਉਣਾ ਸਿੱਖੂਗਾ ਉਹ। ਇਹ ਹਾਲੇ ਮੈਂ ਬੇਸਿਕ ਗੱਲ ਕਰਦਾ ਪਿਆ, ਹਾਲੇ ਕਈਆਂ ਨੂੰ ਲੱਗਦਾ ਹੋਣਾ ਕਿ ਬਹੁਤ ਨੋਰਮਲ ਜੀ ਗੱਲ ਆ, ਪਰ ਵੀਡੀਓ ਪੂਰੀ ਦੇਖਿਓ। ਹੁਣ ਇੱਕ ਪਰਸਨ ਜਿਹੜਾ ਕੰਪਿਊਟਰ ਸਿੱਖਣ ਲੱਗ ਪਿਆ, ਉਹਦੇ ਕੋਲ ਅੜਚਣਾਂ ਬਹੁਤ ਜ਼ਿਆਦੀਆਂ ਆਉਣੀਆਂ, ਉਹਨੂੰ ਅੜਚਣਾਂ ਬਹੁਤ ਜ਼ਿਆਦਾ ਆਉਣੀਆਂ। ਮੰਨ ਲਓ ਕੰਪਿਊਟਰ ਸਿੱਖੂਗਾ ਕਦੋਂ ਉਹ, ਜਾਂ ਤਾਂ ਉਹ ਆਪਣੀ ਜਿਹੜੀ ਬ੍ਰੇਕ ਨੂੰ ਰੋਟੀ ਦਾ ਟਾਈਮ ਮਿਲਦਾ ਆ, ਜਾਂ ਉਹ ਉਸ ਟਾਈਮ ਜਾ ਕੇ ਅਕਾਊਂਟੈਂਟ ਦੇ ਕੋਲ ਬੈਠੂਗਾ ਅਤੇ ਦੇਖੋ ਕਿਹੜੇ ਕਿਹੜੇ ਬਟਨ ਦੱਬ ਹੁੰਦੇ ਆ ਕੀਬੋਰਡ ਦੇ। ਰੋਜ਼ ਦਾ ਇੱਥੇ ਬੰਦਾ, ਜੇ ਬੰਦਾ ਇੱਕ ਵੀ ਸਿੱਖੇ ਹੈ ਨਾ ਕਿ ਆਹ ਵਾਲਾ, ਜਿੱਦਾਂ ਮੰਨ ਲਓ ਕੋਈ ਦੂਜੇ ਪ੍ਰੋਫੈਸ਼ਨ ਦਾ ਆ, ਜੇ ਤੁਸੀਂ ਰੋਜ਼ ਜਾ ਕੇ ਦੇਖੋਗੇ ਹੀ ਹੈ ਨਾ, ਮੰਨ ਲਓ ਤੁਸੀਂ ਰੋਜ਼ ਦੇਖੋ ਟਰੱਕ ਡਰਾਈਵਰ ਨੂੰ ਮੋੜਦੇ ਨੂੰ, ਗੱਡੀ ਮੋੜਦੇ ਨੂੰ ਦੇਖੋ, ਤੁਹਾਨੂੰ ਪਤਾ ਲੱਗ ਜਾਣਾ ਕਿ ਟਰੱਕ ਡਰਾਈਵਰ ਕੀ ਕਰਦਾ ਆ। ਅਤੇ ਜੇ ਤੁਸੀਂ ਮਹੀਨਾ ਜਾਂ 1.5 ਮਹੀਨਾ ਪੂਰਾ ਦੇਖਿਆ ਉਹਨੂੰ, ਤਾਂ ਤੁਹਾਨੂੰ ਇਹ ਵੀ ਪਤਾ ਲੱਗ ਸਕਦਾ ਹੈ ਕਿ ਉਹਦਾ ਰਿਵਰਸ ਗੇਅਰ ਜਾਂ ਫਰੰਟ ਗੇਅਰ ਜਿਹੜਾ ਕਿੱਦਾਂ ਪੈਂਦਾ ਉਹਦਾ। ਅਤੇ ਜੇ ਤੁਹਾਨੂੰ ਫੜਾਇਆ ਜਾਵੇ ਤਾਂ ਤੁਸੀਂ ਵੀ ਅੰਦਾਜ਼ੇ ਨਾਲ ਉਹ ਚਲਾ ਸਕਦੇ ਆ, ਕਿਉਂਕਿ ਤੁਸੀਂ ਉਹਨੂੰ ਚਲਾਉਂਦੇ ਨੂੰ ਦੇਖਿਆ ਆ। ਆਪਣਾ ਮਾਇੰਡ ਇੰਨਾ ਸ਼ਾਰਪ ਹੈ ਨਾ, ਆਪਾਂ ਕੋਈ ਚੀਜ਼ ਜਦੋਂ ਹੁੰਦੀ ਦੇਖਦੇ ਨਾ, ਆਪਾਂ ਹਿਸਾਬ ਪਹਿਲੇ ਲਾ ਲੈਂਦੇ ਹਾਂ ਕਿ ਇਹ ਚੀਜ਼ ਕਿੱਦਾਂ ਹੁੰਦੀ ਆ। ਆਪਾਂ ਨੂੰ ਬਿਨਾਂ ਕਿਸੇ ਪ੍ਰਾਇਰ ਸਟੱਡੀ ਦੇ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ ਕਿੱਦਾਂ ਚੱਲਦੀ ਆ, ਜੇ ਤੁਸੀਂ ਮਾਇੰਡ ਆਪਣੇ ਦਾ ਪੂਰਾ ਪ੍ਰਯੋਗ ਕਰੋ। ਸੋ ਪਰਸਨ ਜਿਹੜਾ ਆ ਆਪਣੇ ਸਕਿੱਲ ਇਨਹਾਂਸ ਕਰੂਗਾ, ਉਹਦਾ ਮੀਨਿੰਗ ਕੀ ਹੋਇਆ? ਉਹਦਾ ਮੀਨਿੰਗ ਇਹ ਹੋਇਆ ਕਿ ਆਪਣੀ ਪਰਸਨੈਲਿਟੀ ਇਨਕਰੀਜ਼ ਕਰੂਗਾ। ਉਹਦੇ ਅੰਦਰ ਜਿਹੜਾ ਨਾ ਸਿੱਖਣ ਦਾ ਗੁਣ ਜਿਹੜਾ ਪੈਦਾ ਹੋਊਗਾ, ਸਿੱਖਣ ਦਾ ਗੁਣ ਬਹੁਤ ਪੈਦਾ। ਇਲਨ ਮਸਕ 200 ਕਹਿ ਲਓ ਕਿ ਬਿਲੀਅਨ ਦਾ ਮਾਲਿਕ ਹੋ ਕੇ ਕਹਿੰਦਾ ਪਿਆ ਆ ਕਿ ਮੈਨੂੰ ਸਿੱਖਣਾ ਬਹੁਤ ਵਧੀਆ ਲੱਗਦਾ, ਮੈਨੂੰ ਸਿੱਖਣਾ ਬਹੁਤ ਵਧੀਆ ਲੱਗਦਾ। ਮੈਂ ਕਹਿੰਦਾ ਬੁੱਕਸ ਪੜ੍ਹਨਾ। ਰੋਕਟ ਸਾਇੰਸ ਕਿਸੇ ਉਹਨੇ ਕਾਲਜ ਤੋਂ ਥੋੜ੍ਹੀ ਸਿੱਖੀ ਆ, ਰੋਕਟ ਸਾਇੰਸ ਦਾ ਮਾਹਰ ਆ ਉਹ। ਲੋਕ ਉਦਾਹਰਨ ਨਹੀਂ ਦਿੰਦੇ ਹੁੰਦੇ ਕਿ ਯਾਰ ਇਹ ਤਾਂ ਬਹੁਤ ਸੌਖੀ ਚੀਜ਼ ਹੈ ਕਿਹੜੀ ਰੋਕਟ ਸਾਇੰਸ ਆ। ਉਹਦਾ ਕਹਿਣ ਦਾ ਮਤਲਬ ਯਾਨੀ ਕਿ ਰੋਕਟ ਸਾਇੰਸ ਬਹੁਤ ਔਖੀ ਚੀਜ਼ ਆ, ਹੋ ਗਈ ਨਾ, ਪਰ ਉਹਨੇ ਕਿਸੇ ਕਾਲਜ ਤੋਂ ਨਹੀਂ ਸਿੱਖੀਆਂ। ਹੁਣ ਆਪਾਂ ਫਿਜ਼ਿਕਸ ਕੈਮਿਸਟਰੀ ਪੜ੍ਹਦੇ ਹਾਂ ਜਾਂ ਕਮਰਸ ਪੜ੍ਹਦੇ ਹਾਂ ਜਾਂ ਆਰਟਸ ਹੀ ਪੜ੍ਹਦੇ ਹਾਂ, ਜ਼ਰੂਰੀ ਨਹੀਂ ਕਿ ਲੈਕਚਰ ਲਾ ਕੇ ਆਪਾਂ ਨੂੰ ਚੀਜ਼ਾਂ ਆਉਣੀਆਂ। ਜੇ ਆਪਾਂ ਆਪਣਾ ਦਿਮਾਗ ਲਾਈਏ ਤਾਂ ਕਿਤਾਬਾਂ ਆਪਾਂ ਖੁਦ ਪੜ੍ਹ ਸਕਦੇ ਹਾਂ, ਅਤੇ ਆਪਾਂ ਉਹਨਾਂ ਵਿੱਚੋਂ ਜੋ ਲੋੜੀਂਦੀ ਐਜੂਕੇਸ਼ਨ ਹੈ ਨਾ ਆਪਾਂ ਉਹ ਲੈ ਸਕਦੇ ਹਾਂ। ਉਹਨੇ ਇੱਦਾਂ ਹੀ ਐਜੂਕੇਸ਼ਨ ਲਈ ਆਪਣੀ, ਅਤੇ ਰੋਕਟ ਹੁਣ ਇੰਜੀਨੀਅਰ ਕਹਾਉਂਦਾ, ਸਪੈਸ਼ਲਿਸਟ ਕਹਾਉਂਦਾ। ਉਤੋਂ ਨਾਸਾ ਵਰਗੀਆਂ ਜਿਹੜੀਆਂ ਕੰਪਨੀਆਂ ਨਾ ਉਹਨਾਂ ਟਾਈ ਅਪ ਕਰਨ ਨੂੰ ਫਿਰਦੀਆਂ। ਇੰਨੀ ਉਸ ਬੰਦੇ ਦੀ ਵੈਲਿਊ ਇੰਨੀ ਵੱਧ ਚੁੱਕੀ ਆ। ਉਹਨੇ ਕਿੱਦਾਂ ਵਧਾਈ ਆਪਣੀ ਵੈਲਿਊ? ਪਹਿਲਾਂ ਉਹਦੇ ਅੰਦਰ ਜਿਹੜਾ ਗੁਣ ਆਇਆ ਉਹ ਇਹ ਆਇਆ ਕਿ ਉਹ ਲਰਨਿੰਗ ਨਹੀਂ ਉਹਨੇ ਛੱਡੀ। ਉਹ ਲਰਨਿੰਗ ਨੂੰ ਅਹਿਮੀਅਤ ਦਿੰਦਾ ਪਿਆ ਕਿ ਮੈਂ ਸਿੱਖਣਾ ਆ। ਗੱਲ ਛੋਟੀ ਜਿਹੀ ਆ ਕਿ ਮੈਂ ਹੋਰ ਸਿੱਖਣਾ ਆ, ਹੋਰ ਸਿੱਖਣਾ ਅਤੇ ਆਪਣੇ ਸਕਿੱਲ ਹੋਰ ਇਨਹਾਂਸ ਕਰਨੇ, ਅਤੇ ਉਹਨਾਂ ਨੂੰ ਵਰਤਣਾ ਵੀ ਆ ਸਕਿੱਲਸ ਨੂੰ, ਸਿੱਖਣਾ ਹੀ ਨਹੀਂ ਇਕੱਲਾ। ਜੇ ਇਹ ਇੱਦਾਂ ਨਹੀਂ ਕਿ ਤੁਸੀਂ ਸਿੱਖ ਨੂੰ ਤੁਹਾਡੀ ਜਿਹੜੀ ਹੈ ਨਾ ਇਨਕਮ ਵੱਧ ਜੂਗੀ। ਇਹ ਬੇਸਿਕਲੀ ਜਿਹੜਾ ਤੁਹਾਡਾ ਕਰੈਕਟਰ ਹੈ ਨਾ ਉਹਦੇ ਵਿੱਚ ਸਿੱਖਣ ਵਾਲਾ ਗੁਣ ਪੈਦਾ ਹੁੰਦਾ ਹੈ। ਗੁਣ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਕਈਆਂ ਵਿੱਚ ਗੁਣ ਪੈਦਾ ਹੀ ਨਹੀਂ ਹੁੰਦਾ। ਜਿਹੜਾ ਇੱਦਾਂ ਦੇ ਪਰਸਨਸ ਦੇ ਪੇਰੈਂਟਸ ਦੇ ਕੋਲ ਨਾ ਲੱਖਾਂ ਰੁਪਈਏ ਹੁੰਦੇ ਆ, ਪਰ ਜਿਹੜੇ ਨਿਆਣੇ ਹੁੰਦੇ ਨਾ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਉਹਨਾਂ ਨੂੰ ਕੋਈ ਚੀਜ਼ ਸਿੱਖਣੀ ਨਹੀਂ ਆਉਂਦੀ, ਦਿਮਾਗ 'ਚ ਨਹੀਂ ਪੈਂਦੀ ਉਹਨਾਂ ਦੇ। ਅਤੇ ਕਈ ਗਰੀਬ ਘਰਾਂ ਦੇ ਨਿਆਣੇ ਹੁੰਦੇ ਆ, ਸਿੱਖਣ ਨੂੰ ਬਹੁਤ ਜ਼ਿਆਦਾ ਅੱਗੇ, ਜਿੱਦਾਂ ਕਹਿ ਲਓ ਕਿ ਸਿੱਖਣ ਨੂੰ ਪਿਆਸੇ ਹੁੰਦੇ ਆ, ਭੁੱਖੇ ਹੁੰਦੇ ਆ, ਭੁੱਖ ਹੁੰਦੀ ਉਹਨਾਂ ਦੇ ਅੰਦਰ ਸਿੱਖਣ ਦੀ, ਪੜ੍ਹਨ ਦੀ ਭੁੱਖ ਹੁੰਦੀ ਉਹਨਾਂ ਦੇ ਅੰਦਰ। ਪਰ ਕਿਸਮਤ ਦੇ ਮਾਰੇ ਉਹਨਾਂ ਦੇ ਪੇਰੈਂਟਸ ਦੇ ਕੋਲ ਪੈਸਾ ਨਹੀਂ ਹੁੰਦਾ ਉਹਨਾਂ ਨੂੰ ਪੜ੍ਹਾਉਣ ਲਈ। ਉਹਨਾਂ ਨੂੰ ਹਾਰਡ ਵਰਕ ਕਰਨਾ ਪੈਂਦਾ, ਉਹਨਾਂ ਨੂੰ ਪੜ੍ਹਾਈ ਸਕਿੱਪ ਕਰਨੀ ਪੈਂਦੀ ਆ, ਉਹਨਾਂ ਨੂੰ ਲੇਬਰ ਕਰਨੀ ਪੈਂਦੀ ਆ, ਪਰ ਐਟ ਲਾਸਟ ਉਹ ਕੁਝ ਨਾ ਕੁਝ ਜ਼ਰੂਰ ਬਣ ਜਾਂਦੇ ਆ। ਬਹੁਤ ਐਗਜ਼ਾਮਪਲਾਂ, ਬਹੁਤ ਮੇਰੇ ਮਾਈਂਡ 'ਚ APJ ਅਬਦੁਲ ਕਲਾਮ ਦੀ ਐਗਜ਼ਾਮਪਲ ਆਈ ਆ, ਠੀਕ ਆ। ਸੋ ਉਹਨਾਂ ਦੇ ਕੋਲ ਵੀ ਪੈਸਾ ਨਹੀਂ ਸੀ। ਮੇਰੇ ਮਾਈਂਡ 'ਚ ਹੁਣ ਅਬਰਾਹਮ ਲਿੰਕਨ ਦੀ ਐਗਜ਼ਾਮਪਲ ਆਈ ਆ, ਕੋਲ ਪੈਸੇ ਨਹੀਂ ਸੀ, ਜਿਸ ਤੋਂ ਬੁੱਕ ਲਈ ਸੀਗੀ, ਉਧਾਰੇ ਲਈ ਸੀਗੀ, ਬੁੱਕ ਵਾਪਸ ਕਰਨੀ ਸੀ। ਜੇ ਨਹੀਂ ਵਾਪਸ ਕਰਦੇ ਤਾਂ ਪਤਾ ਨਹੀਂ ਕਿੰਨੇ ਡਾਲਰ ਦੇਣੇ ਪੈਣੇ ਸੀ, ਯਾਨੀ ਕਿ ਬੁੱਕ ਦੀ ਕੀਮਤ ਦੇਣੀ ਪੈਣੀ ਸੀ। ਬੁੱਕ ਦੀ ਕੀਮਤ ਹੈ ਨਹੀਂ ਸੀ ਕੋਲ। ਬੁੱਕ ਗਿੱਲੀ ਕਰਕੇ, ਕਿਉਂਕਿ ਛੱਤ 'ਚ ਹੁੰਦੀ ਸੀ, ਗਿੱਲੀ ਹੋ ਗਈ ਅਤੇ ਉਹਨੂੰ ਸਮਝ ਲੱਗ ਗਈ ਕਿ
ਦੁਕਾਨਦਾਰ ਨੂੰ ਮੈਂ ਦੇਣੀ ਵੀ ਹੈ ਵਾਪਸ, ਪਰ ਇਸ ਹਾਲ 'ਚ ਉਹਨੇ ਲੈਣੀ ਨਹੀਂ ਅਤੇ ਮੈਨੂੰ ਮਜ਼ਦੂਰੀ ਕਰਕੇ ਪੈਸੇ ਚੁਕਾਉਣੇ ਪੈਣੇ ਆ। ਦੁਕਾਨਦਾਰ ਦੇ ਕੋਲ ਚਲਾ ਗਿਆ ਓਨੈਸਟਲੀ ਇੱਦਾਂ ਹੀ, ਸਰ ਮੇਰੇ ਤੋਂ ਕਹਿੰਦਾ ਤੁਹਾਡੀ ਬੁੱਕ ਖਰਾਬ ਹੋ ਗਈ ਆ ਅਤੇ ਮੈਨੂੰ ਤੁਸੀਂ ਆਪਣੇ ਕੋਲ ਵਰਕਰ ਰੱਖ ਲਓ, ਮੇਰੇ ਤੋਂ ਕੰਮ ਕਰਾ ਲਓ, ਜਦੋਂ ਤੁਹਾਡੇ ਕਹਿੰਦਾ ਪੈਸੇ ਪੂਰੇ ਹੋ ਜਾਣਗੇ ਅਤੇ ਮੈਨੂੰ ਅਗਲੀ ਬੁੱਕ ਦੇ ਦਿਓ, ਤਦ ਤੱਕ ਮੈਂ ਤੁਹਾਡੇ ਤੋਂ ਅਗਲੀ ਬੁੱਕ ਵੀ ਨਹੀਂ ਲੈਣੀ, ਮੇਰੇ ਤੋਂ ਕੰਮ ਕਰਾ ਲਓ, ਕਿਤਾਬ ਦੇ ਪੈਸੇ ਪੂਰੇ ਕਰਾ ਲਓ। ਪਤਾ ਨਹੀਂ ਕਿੰਨੇ ਦਿਨ ਕੰਮ ਕੀਤਾ ਅਤੇ ਪੈਸੇ ਪੂਰੇ ਹੋ ਗਏ। ਦੁਕਾਨਦਾਰ ਖੁਸ਼ ਹੋ ਗਿਆ ਅਤੇ ਉਹਨੂੰ ਮਜ਼ਦੂਰੀ ਦੇ ਪੈਸੇ ਵੀ ਦਿੱਤੇ ਅਤੇ ਬੁੱਕ ਪੜ੍ਹਨ ਨੂੰ ਵੀ ਦਿੱਤੀ। ਫਿਰ ਇੱਦਾਂ ਕੁਛ ਸੀਗਾ ਕਿ ਉਹਨਾਂ ਨੂੰ ਕਿ ਗਾਂਹ ਕੋਈ ਓਨਰ ਇੱਦਾਂ ਦਾ ਮਿਲ ਗਿਆ ਜਿਹਦੇ ਕੋਲ ਬਹੁਤ ਸਾਰਾ ਕਿਤਾਬਾਂ ਦਾ ਖਜ਼ਾਨਾ ਸੀ, ਅਤੇ ਉੱਥੇ ਉਹਨਾਂ ਨੇ ਪੜ੍ਹ ਕੇ ਸਿੱਖਿਆ, ਉਹਨਾਂ ਦੇ ਅੰਦਰ ਪੜ੍ਹਨ ਦਾ ਸਿੱਖਣ ਦਾ ਗੁਣ ਸੀ ਅਤੇ ਪ੍ਰੈਜ਼ੀਡੈਂਟ ਬਣੇ ਉਹ, ਅੱਜ ਤੱਕ ਦੇ ਸਭ ਤੋਂ ਵੱਧ ਇਨਫਲੂਐਂਸ਼ੀਅਲ ਪ੍ਰੈਜ਼ੀਡੈਂਟ। ਉਹ ਕਿਉਂ, ਕਿਸ ਗੱਲ ਕਰਕੇ? ਕਿਉਂਕਿ ਉਹਨਾਂ ਦੇ ਅੰਦਰ ਸਿੱਖਣ ਦੀ ਕਲਾ ਸੀ। ਪਹਿਲਾਂ ਮੇਰੇ ਹਿਸਾਬ ਨਾਲ ਗੁਣ ਹੀ ਪਰਸਨ ਦੇ ਅੰਦਰ ਸਿੱਖਣ ਦਾ ਆਉਣਾ ਚਾਹੀਦਾ, ਬਾਅਦ 'ਚ ਇੰਪਲੀਮੈਂਟਿੰਗ ਵੀ ਹੁੰਦੀ ਆ, ਪਰ ਸਿੱਖਣ ਦਾ ਗੁਣ ਬਹੁਤ ਲਾਜ਼ਮੀ ਆ। ਹੁਣ ਆਪਾਂ 2 ਲੱਖ ਵਾਲੀ ਐਗਜ਼ਾਮਪਲ 'ਤੇ ਆਉਂਦੇ, ਕਿਸੇ ਪਰਸਨ ਨੇ 2 ਲੱਖ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਆ ਤੁਹਾਡੇ ਅੰਦਰ ਇੱਕ ਕਲਾ ਜਿਹੜੀ ਹੈ ਨਾ ਪੈਦਾ ਹੋਣੀ ਚਾਹੀਦੀ, ਜਾਂ ਤੁਹਾਡੇ ਅੰਦਰ ਜਿਹੜਾ ਗੁਣ ਪੈਦਾ ਹੋਣਾ ਚਾਹੀਦਾ, ਉਹ ਹੈਗਾ ਸਿੱਖਣ ਦਾ ਗੁਣ। ਤੁਸੀਂ ਝਾਤ ਮਾਰੋ ਤਾਂ ਦੇਖੋ ਕਿ ਕਿਹੜੇ ਬਿਜ਼ਨਸ ਆ ਜਿਨ੍ਹਾਂ ਦੇ ਵਿੱਚ 10 ਸਾਲਾਂ ਵਿੱਚ 2 ਕਰੋੜ ਰੁਪਈਆ ਬਣ ਸਕਦਾ। ਪ੍ਰੋਪਰਟੀ ਦਾ ਬਿਜ਼ਨਸ ਆ ਰਿਹਾ ਮਾਈਂਡ ਵਿੱਚ, ਰਾਈਟ? ਪ੍ਰੋਪਰਟੀ ਦਾ ਬਿਜ਼ਨਸ ਆ। ਕੱਪੜਾ ਵੀ ਠੀਕ ਆ, ਬਟ ਕੱਪੜੇ ਥੋੜ੍ਹਾ ਲੌਂਗ ਟਰਮ ਹੋ ਜਾਂਦਾ, ਥੋੜ੍ਹਾ ਬਹੁਤਾ ਮਾਰਜਨ ਵੀ ਮੇਰੇ ਹਿਸਾਬ ਨਾਲ ਚਾਹੀਦਾ ਹੋਊਗਾ। ਹਾਂ, ਪ੍ਰੋਪਰਟੀ ਲਈ ਵੀ ਚਾਹੀਦਾ ਹੋਊਗਾ, ਬਟ ਸਟਾਰਟਿੰਗ ਵਿੱਚ ਪਹਿਲਾਂ ਆਪਾਂ ਕੀ ਕਰਨਾ? ਪਹਿਲਾਂ ਸਭ ਤੋਂ ਪਹਿਲਾਂ ਨੌਲੇਜ, ਪਹਿਲਾਂ ਸਿੱਖਣਾ ਬਹੁਤ ਜ਼ਰੂਰੀ ਆ। ਕਿਸੇ ਚੀਜ਼ ਦੇ ਵਿੱਚ ਜੇ ਤੁਸੀਂ ਕੋਈ ਇਨਕਮ ਉਹ 'ਚ ਕ੍ਰੀਏਟ ਕਰਨੀ ਆ ਤਾਂ ਤੁਹਾਨੂੰ ਸਿੱਖਣਾ ਪਊਗਾ। ਲਰਨਿੰਗ, ਸਭ ਤੋਂ ਪਹਿਲਾਂ ਲਰਨਿੰਗ ਆ। ਕਈ ਅਨਪੜ੍ਹ ਹੁੰਦੇ ਆ, ਮਿਲੀਅਨੇਅਰ, ਬਿਲੀਅਨੇਅਰ, ਅਨਪੜ੍ਹ ਬੰਦੇ, ਬਹੁਤ ਐਗਜ਼ਾਮਪਲਾਂ। ਡੀਮਾਰਟ ਦੇ ਓਨਰ ਕੁਛ ਖਾਸ ਨਹੀਂ ਪੜ੍ਹੇ, MBA ਨਹੀਂ ਕੀਤੀ ਜਾਂ ਕੋਈ ਇੱਦਾਂ ਦਾ ਕੋਰਸ ਨਹੀਂ ਕੀਤਾ ਉਹਨਾਂ ਨੇ, ਪਰ ਮਿਲੀਅਨੇਅਰ, ਬਿਲੀਅਨੇਅਰ ਆ। ਹਾਂ, ਉਹ ਵੱਖਰੀ ਗੱਲ ਆ, ਕਦੀ ਨਿਊਜ਼ ਨਹੀਂ ਆਉਂਦੇ, ਆਪਣਾ ਹੀ ਉਹਨਾਂ ਦਾ ਇੱਕ ਅੰਦਾਜ਼ ਹੈ, ਉਹਨਾਂ ਦਾ ਆਪਣਾ ਇੱਕ ਕਹਿ ਲਓ ਕਿ ਟਸ਼ਨ ਆ, ਆਪਣੀ ਮੌਜ 'ਚ ਰਹਿੰਦੇ ਆ। ਪਰ ਸਿੱਖਿਆ ਕਿ ਉਹਨਾਂ ਨੇ ਕਿ ਬਿਜ਼ਨਸ ਕਿੱਦਾਂ ਹੁੰਦਾ। ਅੱਜ ਤੋਂ ਤੁਸੀਂ 10 ਸਾਲ ਪਿੱਛੇ ਜਾ ਕੇ ਦੇਖ ਲਓ, ਡੀਮਾਰਟ ਦਾ ਪ੍ਰੈਜ਼ੈਂਸ ਹੈ ਨਹੀਂ ਸੀ, ਡੀਮਾਰਟ ਦੀ ਇੰਨੀ ਕੋਈ ਪ੍ਰੈਜ਼ੈਂਸ ਖਾਸ ਨਹੀਂ ਹੈਗੀ ਸੀ। ਹੁਣ ਪੈਨ ਇੰਡੀਆ ਮੀਨ ਸਾਰੇ ਇੰਡੀਆ ਦੇ ਵਿੱਚ ਡੀਮਾਰਟ ਮੌਜੂਦ ਆ। ਉਹ ਕਿਉਂ? ਕਿਉਂਕਿ ਜਿਹੜੇ ਰਾਧਾ ਕਿਸ਼ਨ ਦਮਾਨੀ ਜੀ ਆ, ਉਹਨਾਂ ਨੇ ਕਾਫੀ ਜ਼ਿਆਦਾ ਨੌਲੇਜ ਐਕਵਾਇਰ ਕੀਤੀ। ਸੋ ਸਭ ਤੋਂ ਪਹਿਲਾ ਸਟੈਪ ਨੌਲੇਜ। ਹੁਣ ਉਹ ਕੀ ਕਰਦੇ? ਕਰਿਆਨਾ ਹੀ ਵੇਚਦੇ ਆ। ਜੇ ਡੀਮਾਰਟ ਜਾਓ ਤਾਂ ਉੱਥੇ ਕੀ ਵਿਕਦਾ? ਕਰਿਆਨਾ ਹੀ ਵਿਕਦਾ, ਠੀਕ ਹੈ, ਬਟ ਜਿਹੜੀ ਦੁਕਾਨ ਆ ਉੱਥੇ ਵੀ ਕਰਿਆਨਾ ਵਿਕਦਾ। ਫ਼ਰਕ ਕੀ ਹੈ ਕਿ ਤੁਹਾਨੂੰ ਫ਼ਰਕ ਮਹਿਸੂਸ ਹੁੰਦਾ। ਡੀਮਾਰਟ 'ਚ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ, ਤੁਹਾਨੂੰ ਫ਼ਰਕ ਮਹਿਸੂਸ ਹੁੰਦਾ ਉੱਥੇ ਕਿ ਯਾਰ ਐਵੇਂ ਜਿਹੜਾ ਸਟੋਰ ਨਹੀਂ ਹੈਗਾ। ਲੋਕਡਾਊਨ ਦੇ ਵਿੱਚ ਜਦ ਮਾਰਚ 2020 ਦੇ ਵਿੱਚ ਲੋਕਡਾਊਨ ਲੱਗਾ ਸੀ ਤਾਂ ਡੀਮਾਰਟ ਦੇ ਬਾਹਰ ਲੋਕਾਂ ਦੀ ਲੜਾਈ ਹੋ ਗਈ ਸੀ ਟਰਾਲੀਆਂ ਕਰਕੇ। ਟਰਾਲੀਆਂ ਨਹੀਂ ਸੀ ਮਿਲਦੀਆਂ, ਕੋਈ ਕਹਿੰਦਾ ਮੈਨੂੰ ਟਰਾਲੀ ਚਾਹੀਦੀ, ਕੋਈ ਕਹਿੰਦਾ ਮੈਨੂੰ ਟਰਾਲੀ ਚਾਹੀਦੀ ਆ। ਕਿਉਂ? ਕਿਉਂਕਿ ਉੱਥੇ ਜਿਹੜਾ ਸਮਾਨ ਸੀਗਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਬੈਸਟ ਕੁਆਲਿਟੀ ਦਾ ਸਮਾਨ ਮਿਲਦਾ। ਕੀ ਇਹ ਮੈਨੇਜਮੈਂਟ ਦੀ ਖੂਬੀ ਆ? ਨਹੀਂ, ਬਿਲਕੁਲ ਵੀ ਨਹੀਂ। ਇਹ ਓਨਰ ਦੀ ਖੂਬੀ ਆ। ਓਨਰ ਚਾਹਵੇ ਤਾਂ ਆਪਣੇ ਗ੍ਰਾਹਕ ਨੂੰ ਖੁਸ਼ ਕਰ ਸਕਦਾ, ਓਨਰ ਚਾਹਵੇ ਤਾਂ ਆਪਣੇ ਗ੍ਰਾਹਕ ਨੂੰ ਨਾ ਖੁਸ਼ ਕਰ ਸਕਦਾ। ਹੁਣ ਫਿਰ ਗੱਲ ਟਾਰਗੇਟ 'ਤੇ ਆਉਂਦੀ ਆ। ਰਾਧਾ ਕਿਸ਼ਨ ਦਮਾਨੀ ਜੀ ਦਾ ਜੋ ਟਾਰਗੇਟ ਆ, ਆਪਾਂ ਨੂੰ ਇਸ ਸਟੋਰੀ ਤੋਂ ਪਤਾ ਲੱਗਦਾ, ਟਾਰਗੇਟ ਇਹੀ ਆ ਕਿ ਮੈਂ ਜਿਹੜਾ ਕਰਿਆਨਾ ਵੇਚੂੰਗਾ ਇੱਦਾਂ ਦਾ ਵੇਚੂੰਗਾ ਕਿ ਗ੍ਰਾਹਕ ਜਿਹੜਾ ਹੈ ਨਾ ਉਤਾਵਲਾ ਹੋ ਜਾਵੇ ਮੇਰੇ ਤੋਂ ਸ਼ੋਪਿੰਗ ਕਰਨ ਲਈ, ਗ੍ਰਾਹਕ ਆਪਣੇ ਆਪ ਨੂੰ ਰੋਕ ਨਾ ਪਾਵੇ। ਸੋ ਉੱਦਾਂ ਦੀਆਂ ਪਾਲਿਸੀਆਂ ਆਪਣੇ ਆਪ ਮਾਈਂਡ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ। ਉੱਦਾਂ ਦੀਆਂ ਪਾਲਿਸੀਆਂ ਆਪਣੇ ਆਪ ਮਾਈਂਡ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਗੱਲ ਕਰਦੇ ਹਾਂ 2 ਕਰੋੜ ਦੀ, ਹੈ ਨਾ। ਮੈਂ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਸੀ 2 ਕਰੋੜ ਜੇ ਬੰਦਾ ਕੋਈ ਸੋਚਦਾ
ਤਾਂ ਸਭ ਤੋਂ ਪਹਿਲਾਂ ਕੀ ਹੋਊਗਾ, ਉਹ ਹੋ ਸਕਦਾ ਮਨੀ ਮਾਈਂਡਡ ਹੋ ਜਾਵੇ, ਉਹ ਮਨੀ ਮਾਈਂਡਡ ਹੋ ਜਾਵੇ। ਪਰ ਮਨੀ ਮਾਈਂਡਡ ਜੇ ਹੋਊਗਾ ਨਾ, ਉਹਦਾ ਪਹਿਲਾ ਨਤੀਜਾ ਕੀ ਹੋਣਾ ਕਿ ਉਹ ਸਿੱਖੂਗਾ ਨਹੀਂ ਪਹਿਲਾਂ ਕੁਛ ਵੀ। ਜੇ ਉਹਨੇ ਕੁਛ ਸਿੱਖਿਆ ਨਹੀਂ ਨਾ, ਤਾਂ ਉਹਨੇ ਮਨੀ ਮਾਈਂਡਡ ਹੋ ਹੀ ਜਾਣਾ, ਤਾਂ ਉਹਨੇ 2 ਨੰਬਰ ਦੀ ਕਮਾਈ ਲੱਭਣੀ ਸ਼ੁਰੂ ਕਰ ਦੇਣੀ ਹੈ, ਅਤੇ ਉਹਦੇ ਕੋਲ ਤਰੀਕਾ ਵੀ ਆ ਜਾਣਾ 2 ਨੰਬਰ ਦੀ ਕਮਾਈ ਦਾ। ਅੱਜ ਹੀ ਮੈਂ ਇੱਕ ਪੋਸਟ ਦੇਖੀ ਸੀਗੀ ਇੰਸਟਾਗ੍ਰਾਮ ਦੇ ਉੱਤੇ, ਜਿੱਥੇ ਕਿ ਇੱਕ ਪਰਸਨ ਨੇ ਨਕਲੀ ਡੈਥ ਸਰਟੀਫਿਕੇਟਸ ਬਣਾਉਣ ਦਾ ਧੰਦਾ ਖੋਲ੍ਹ ਲਿਆ ਸੀ। ਨਕਲੀ ਡੈਥ ਸਰਟੀਫਿਕੇਟ ਬਣਾਉਣ ਦਾ, ਨਕਲੀ ਡੈਥ ਸਰਟੀਫਿਕੇਟਸ ਬਣਾਉਂਦਾ ਸੀ, ਅਤੇ ਜਿਹੜੇ ਮਿਊਚੁਅਲ ਫੰਡਸ ਹੁੰਦੇ ਆ ਉਹਨਾਂ ਤੋਂ ਪੈਸਾ ਕਢਵਾ ਲੈਂਦਾ ਸੀ। ਕਿੰਨਾ? 49 ਲੱਖ ਰੁਪਈਆ। ਕਿਉਂਕਿ ਡੈਥ ਸਰਟੀਫਿਕੇਟ ਆ ਗਿਆ, ਅਤੇ ਕਿਸੇ ਡੈਥ ਹੁੰਦੀ ਤਾਂ ਇੰਸ਼ੋਰੈਂਸ ਵਾਲਿਆਂ ਨੂੰ ਪੇ ਕਰਨਾ ਪੈਂਦਾ। ਹੁਣ ਉਸ ਪਰਸਨ ਦੇ ਕੋਲ ਵੀ ਤਾਂ ਟਾਰਗੇਟ ਹੀ ਹੋਊਗਾ ਕੋਈ, ਅਤੇ ਪਰ ਉਹ ਮਨੀ ਮਾਈਂਡਡ ਹੋ ਗਿਆ। ਉਹਨੇ ਸਹੀ ਚੀਜ਼ ਜਿਹੜੀ ਨਾ ਫੋਲੋ ਨਹੀਂ ਕੀਤੀ ਕਿ ਮੈਂ ਯਾਰ ਕੁਝ ਸਿੱਖ ਕੇ ਆਪਣੀ ਗਰੋਥ ਕਰਾਂ, ਅਤੇ ਉਹ ਹੁਣ ਫੜਿਆ ਗਿਆ। ਹੁਣ ਉਸ ਕੰਪਨੀ 'ਚ ਪਿੱਛੇ ਵੀ ਕੋਈ ਫਰੋਡ ਹੋਇਆ ਨਾ, ਤਾਂ ਉਹ ਵੀ ਜਿਹੜਾ ਹੈ ਨਾ ਉਸ ਪਰਸਨ ਦੇ ਹੀ ਮੱਥੇ ਮੜਿਆ ਜਾਣਾ। ਬਿਲਕੁਲ ਜ਼ਾਹਰ ਜੀ ਗੱਲ ਹੈ ਕਿ ਮੜਿਆ ਜਾਣਾ ਜੀ। ਜਿਹੜਾ ਪਰਸਨ ਜਿਹੜਾ ਆ ਉਹ ਜੇ ਫਰੋਡ ਕਰਦਾ ਪਿਆ ਕਿਸੇ ਜਿਹਦੇ ਬੰਦੇ ਦਾ ਡੈਥ ਸਰਟੀਫਿਕੇਟ ਬਣਾਈ ਜਾ ਰਿਹਾ ਹੈ, ਕਿ ਵਾਹ ਕਮਾਲ ਹੋਇਆ, ਤਾਂ ਦਿਮਾਗ ਵਾਹ ਕਿਆ ਦਿੱਤਾ ਉਹਨੂੰ। ਸੋ ਸਭ ਤੋਂ ਪਹਿਲੀ ਗੱਲ, ਜੇ ਤੁਸੀਂ 1 ਨੰਬਰ 'ਚ ਕੁਛ ਕਰਨਾ ਚਾਹੁੰਦੇ ਆ, ਜੇ ਤੁਸੀਂ ਆਪਣੇ ਆਪ ਨੂੰ ਫਰੋਡ ਨਹੀਂ ਕਹਾਉਣਾ ਚਾਹੁੰਦੇ, ਜਾਂ ਤੁਸੀਂ ਆਪਣੇ ਆਪ ਨੂੰ ਮਨੀ ਮਾਈਂਡਡ ਜਿਹੜਾ ਨਹੀਂ ਬਣਾਉਣਾ ਚਾਹੁੰਦੇ, ਤਾਂ ਆਪਣੀ ਇਨਕਮ ਨੂੰ ਜਾਂ ਆਪਣੇ ਸਕਿੱਲ ਨੂੰ, ਇਨਕਮ ਹੀ ਕਹਿ ਲਓ ਆਪਣੀ, ਤੁਸੀਂ ਅਗਰ ਇਨਕਮ ਹੈ ਫੋਰ ਐਗਜ਼ਾਮਪਲ ਉਹਨਾਂ ਦੀ, ਆਪਣਾ ਰੈਵਨਿਊ ਇਕੱਠਾ ਕਰਨਾ 2 ਕਰੋੜ ਦਾ, ਤਾਂ ਉਹਦੇ ਵਾਸਤੇ ਜਿਹੜਾ ਆ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਜਿਹੜਾ ਗੁਣ ਹੋਣਾ ਚਾਹੀਦਾ ਉਹ ਇਹੀ ਹੋਣਾ ਚਾਹੀਦਾ, ਲਰਨਿੰਗ ਦਾ। ਲਰਨਿੰਗ ਸਟਾਰਟ ਕਰ ਦਿਓ, ਅੱਜ ਹੀ ਸਟਾਰਟ ਕਰ ਦਿਓ, ਰੁਕੋ ਨਾ। ਕੁਛ ਨਾ ਕੁਛ ਲਰਨ ਕਰੋ, ਕੁਛ ਨਾ ਕੁਛ ਲਰਨ ਕਰੋ, ਬਹੁਤ ਜ਼ਰੂਰੀ ਹੈ ਇਸ ਚੀਜ਼, ਇਹ ਚੀਜ਼ ਬਹੁਤ ਜ਼ਰੂਰੀ ਹੈ, ਕੁਛ ਨਾ ਕੁਛ ਲਰਨਿੰਗ। ਕਿਉਂਕਿ ਲਰਨਿੰਗ ਜਿਹੜੀ ਨਾ ਹੋਰ ਕਈ ਗੁਣਾਂ ਨੂੰ ਤੁਹਾਡੇ ਅੰਦਰ ਲੈ ਕੇ ਆਉਂਦੀ ਹੈ। ਤੁਹਾਡੇ ਅੰਦਰ ਪੇਸ਼ੈਂਸ ਆਉਂਦੀ ਆ, ਹੈ ਨਾ, ਤੁਹਾਡਾ ਬਿਹੇਵੀਅਰ ਹੈ ਉਹ ਚੇਂਜ ਹੁੰਦਾ। ਸੋ ਲਰਨਿੰਗ ਇਹ ਸਾਰੇ ਜਿਹੜੀ ਗੁਣਾਂ ਦੀ ਇੱਕ ਸ਼ੁਰੂਆਤ ਹੋ ਜਾਂਦੀ ਆ। ਤੁਹਾਡਾ ਜਿਹੜਾ ਮਾਈਂਡ ਆ ਉਹ ਅਡੈਪਟੇਬਲ ਹੋ ਜਾਂਦਾ, ਮੀਨਸ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਢਲ ਜਾਣ ਦੀ ਉਹਦੇ ਅੰਦਰ ਕੁਆਲਿਟੀ ਪੈਦਾ ਹੋ ਜਾਂਦੀ ਆ, ਜੋ ਤੁਸੀਂ ਲਰਨਿੰਗ ਸਟਾਰਟ ਕਰ ਦਿੰਦੇ ਆ। ਅਤੇ ਹੋਰ ਬਹੁਤ ਸਾਰੀਆਂ ਕੁਆਲਿਟੀਜ਼ ਆ ਜਿਹੜੀਆਂ ਕਿ ਲਰਨਿੰਗ ਦੇ ਨਾਲ ਹੀ ਆਉਂਦੀਆਂ। ਆਈ ਹੋਪ ਕਿ ਜੋ ਮੈਂ ਮੈਸੇਜ ਦੇਣਾ ਚਾਹ ਰਿਹਾ ਕਿ ਉਹ ਤੁਹਾਨੂੰ ਬਿਲਕੁਲ ਸਮਝ ਆ ਰਿਹਾ ਹੋਊਗਾ, ਕਿ ਜਦੋਂ ਤੁਸੀਂ ਇੱਕ ਟਾਰਗੇਟ ਸੈੱਟ ਕੀਤਾ ਆ, ਉਹਦੇ ਫਿਰ ਅੱਗੇ ਛੋਟੇ ਜਿਹੜੇ ਟਾਰਗੇਟ ਹੈ ਨਾ, ਉਹ ਬਣਾਉਣੇ ਬਹੁਤ ਲਾਜ਼ਮੀ ਆ। ਜੇ ਤੁਸੀਂ ਟਾਰਗੇਟ ਨਹੀਂ ਮਿੱਥੋਗੇ ਤਾਂ ਤੁਸੀਂ ਮਿਸਲੀਡ ਹੋ ਸਕਦੇ ਆ। ਫਿਰ ਤੁਹਾਡੇ ਮਾਈਂਡ ਦੇ ਵਿੱਚ ਬਾਏ ਐਨੀ ਮੀਨਸ ਵਾਲਾ ਜਿਹੜਾ ਹੈ ਨਾ ਸਿਧਾਂਤ ਪੈਦਾ ਹੋ ਸਕਦਾ ਕਿ ਕਿਸੇ ਤਰ੍ਹਾਂ ਵੀ ਇਹ ਚੀਜ਼ ਕਰਨੀ ਆ, ਕਿਸੇ ਤਰ੍ਹਾਂ ਵੀ ਇਹ ਚੀਜ਼ ਕਰਨੀ ਆ। ਉਹਦੇ ਵਿੱਚ ਇਹ ਹੋ ਜਾਂਦਾ ਕਿ ਚਾਹੇ ਗਲਤ ਹੈ ਚਾਹੇ ਸਹੀ ਹੈ, ਕਰਨਾ ਹੀ ਆ, ਜਿਹੜੀ ਕਿ ਬਹੁਤ ਹੀ ਮਾੜੀ ਚੀਜ਼ ਆ, ਜਿਹੜੀ ਕਿ 80% ਜਿਹੜੀ ਹੈ ਨਾ ਗਲਤ ਹੀ ਹੁੰਦੀ ਹਮੇਸ਼ਾ, ਕਿਉਂਕਿ ਬੰਦਾ ਸ਼ਾਰਟਕਟ ਲੱਭਦਾ। ਬਟ ਟਾਰਗੇਟ ਇਹੋ ਜਿਹਾ ਅਚੀਵ ਕਰੋ ਕਿ ਲੱਖਾਂ ਲੋਕਾਂ ਨੂੰ ਨਾ ਇੰਸਪਾਇਰ ਕਰ ਜਾਵੇ, ਕਿ ਜਿਹੜਾ ਤੁਹਾਨੂੰ ਕੋਈ ਪਰਸਨ ਦੇਖੇ ਉਹ ਤੁਹਾਡੇ ਤੋਂ ਇੰਸਪਾਇਰ ਹੋਵੇ, ਅਤੇ ਤੁਹਾਡੇ ਵਾਂਗੂ ਹੀ ਚੱਲਣ ਵਾਸਤੇ ਨਾ ਤੁਹਾਡੇ ਤੋਂ ਸਲਾਹ ਮੰਗੇ ਕਿ ਯਾਰ ਇਹ ਕਿੱਦਾਂ ਕੀਤਾ ਸੀ। ਠੀਕ ਹੈ, ਬਾਕੀ ਅਗਲੀ ਵੀਡੀਓ ਵਿੱਚ ਹੋਰ ਡੂੰਘਾਈ ਦੇ ਵਿੱਚ ਹੋਰ ਜਿਹੜੇ ਆਪਣਾ ਬਲੂ ਪ੍ਰਿੰਟ ਬਣੂਗਾ ਤੁਹਾਡੇ ਟਾਰਗੇਟ ਅਚੀਵ ਕਰਨ ਦਾ, ਉਹਦੇ ਬਾਰੇ ਗੱਲਾਂ ਕਰਾਂਗੇ। ਅੱਜ ਦੀ ਵੀਡੀਓ ਇੱਥੇ ਹੀ ਰੋਕਦੇ ਹਾਂ। ਸੋ ਟੇਕ ਕੇਅਰ ਜੀ।